ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਪੋਲਿਟੀ ਦਾ ਪਾਰਟ 7 ਲੈ ਕੇ ਹਾਜ਼ਰ ਹੋਏ ਹਾਂ। ਪਹਿਲੇ 6 ਪਾਰਟ ਆਪਾਂ ਆਲਰੇਡੀ ਅਪਲੋਡ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਸਿਟੀਜ਼ਨਸ਼ਿਪ, ਪ੍ਰੈਜ਼ੀਡੈਂਟ, ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਡਿਊਟੀਜ਼, ਪੋਲਿਟੀ ਦਾ ਇਕੱਲਾ ਟੌਪਿਕ ਹੈ ਜਿਹੜਾ ਉਹ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿੱਥੇ ਟੌਪਿਕ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਿਵੇਂ ਪੰਜਾਬ ਜੀ ਕੇ, ਮਾਡਰਨ ਹਿਸਟਰੀ, ਪੋਲਿਟੀ ਸੀਰੀਜ਼ ਵਾਈਜ਼ ਤੁਸੀਂ ਉੱਥੋਂ ਵੀਡੀਓ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਸਾਰੀਆਂ ਵੀਡੀਓ ਦੇਖਣੀਆਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ। ਜਿੰਨੇ ਵੀ ਤੁਹਾਡੇ ਅੱਗੇ ਪੇਪਰ ਆਉਣ ਵਾਲੇ ਨੇ, ਪੰਜਾਬ ਪੁਲਿਸ, ਵੀਡੀਓ, ਠੀਕ ਹੈ, SSSB ਕਲਰਕ, ਐਕਸਾਈਜ਼ ਇੰਸਪੈਕਟਰ, PPSC ਦੇ ਜਿੰਨੇ ਵੀ ਐਗਜ਼ਾਮ ਹੋਣਗੇ, ਸਾਰਿਆਂ ਲਈ ਆਪਣੀਆਂ ਵੀਡੀਓ ਬਹੁਤ ਇੰਪੋਰਟੈਂਟ ਨੇ। ਤਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਹੈ ਜਿਹੜੀ ਉਹ ਮੁਕੰਮਲ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਵਾਈਸ ਪ੍ਰੈਜ਼ੀਡੈਂਟ, ਠੀਕ ਹੈ ਜੀ। ਜਿਵੇਂ ਕਿ ਪ੍ਰੈਜ਼ੀਡੈਂਟ ਇਸ ਤੋਂ ਪਹਿਲਾਂ ਆਪਾਂ ਕਰਕੇ ਹਟੇ ਹਾਂ, ਉਹ ਵੀ ਬਹੁਤ ਇੰਪੋਰਟੈਂਟ ਟੌਪਿਕ ਸੀ ਅਤੇ ਇਹ ਵੀ ਟੌਪਿਕ ਬਹੁਤ ਇੰਪੋਰਟੈਂਟ ਹੈ। ਇੱਥੋਂ ਆਪਾਂ ਨੂੰ ਬਹੁਤ ਕੁਐਸਚਨ ਆਉਂਦੇ ਨੇ ਪੋਲਿਟੀ ਦੇ ਵਿੱਚੋਂ, ਠੀਕ ਹੈ ਜੀ, ਉਪ ਰਾਸ਼ਟਰਪਤੀ ਦੇ ਵਿੱਚੋਂ। ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਆਪਾਂ ਬਿਨਾਂ ਟਾਈਮ ਵੇਸਟ ਕਰੇ ਸਟਾਰਟ ਕਰਦੇ ਹਾਂ ਅੱਜ ਦੀ ਪਹਿਲੀ ਸਲਾਈਡ ਤੋਂ। ਵਾਈਸ ਪ੍ਰੈਜ਼ੀਡੈਂਟ ਆਪਣੇ ਇੱਕ ਪੋਸਟ ਹੈਗੀ, ਠੀਕ ਹੈ। ਜਿਵੇਂ ਕਿ ਪ੍ਰੈਜ਼ੀਡੈਂਟ ਹੁੰਦਾ, ਪ੍ਰੈਜ਼ੀਡੈਂਟ ਆਪਣਾ ਫਸਟ ਹਾਈਐਸਟ ਆਫਿਸਰ ਹੁੰਦਾ ਆਪਣੇ ਇੰਡੀਆ ਦਾ, ਅਤੇ ਜਿਹੜਾ ਸੈਕਿੰਡ ਹਾਈਐਸਟ ਆਫਿਸਰ ਮੰਨਿਆ ਜਾਂਦਾ ਉਹ ਵਾਈਸ ਪ੍ਰੈਜ਼ੀਡੈਂਟ ਨੂੰ ਮੰਨਿਆ ਜਾਂਦਾ, ਠੀਕ ਹੈ ਜੀ। ਤਾਂ ਵਾਈਸ ਪ੍ਰੈਜ਼ੀਡੈਂਟ ਬਾਰੇ ਆਪਾਂ ਪਹਿਲਾਂ ਥੋੜ੍ਹਾ ਜਿਹਾ ਓਵਰਵਿਊ ਲੈ ਲਈਏ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਦੀ ਏਜ ਪੁੱਛੀ ਜਾਂਦੀ ਕਿ ਏਜ ਕਿੰਨੀ ਹੋਣੀ ਚਾਹੀਦੀ ਹੈ ਜੇਕਰ ਆਪਾਂ ਵਾਈਸ ਪ੍ਰੈਜ਼ੀਡੈਂਟ ਬਣਨਾ ਹੈ। ਤਾਂ ਏਜ ਆਪਣੀ ਹੋਣੀ ਚਾਹੀਦੀ ਹੈ 35 ਸਾਲ, ਠੀਕ ਹੈ ਜੀ। ਜਿਵੇਂ ਕਿ ਪ੍ਰੈਜ਼ੀਡੈਂਟ ਦੇ ਲਈ ਹੈ ਉਸੇ ਤਰ੍ਹਾਂ ਹੀ ਵਾਈਸ ਪ੍ਰੈਜ਼ੀਡੈਂਟ ਲਈ ਹੈ 35 ਸਾਲ, ਠੀਕ ਹੈ ਜੀ। ਦੂਸਰਾ ਜਿਹੜਾ ਮੈਂ ਇਹਦੇ ਵਿੱਚ ਪੁਆਇੰਟ ਰੱਖਿਆ ਉਹ ਹੈ ਐਕਸ ਆਫੀਸ਼ੀਓ ਚੇਅਰਮੈਨ ਆਫ ਰਾਜ ਸਭਾ। ਜਿਹੜੀ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਹੁੰਦੀ ਹੈ ਇਹਨੂੰ ਉਪ ਰਾਸ਼ਟਰਪਤੀ ਵੈਸੇ ਨਹੀਂ ਕਿਹਾ ਜਾਂਦਾ ਜ਼ਿਆਦਾਤਰ, ਤਾਂ ਜਿਹੜੀ ਇਹਦੀ ਰੀਅਲ ਪੋਸਟ ਹੁੰਦੀ ਹੈ ਉਹ ਹੁੰਦੀ ਹੈ ਐਕਸ ਆਫੀਸ਼ੀਓ ਚੇਅਰਮੈਨ ਆਫ ਰਾਜ ਸਭਾ, ਕਿਉਂਕਿ ਇਹ ਰਾਜ ਸਭਾ ਦਾ ਇੱਕ ਚੇਅਰਮੈਨ ਹੁੰਦਾ ਹੈ। ਵਾਈਸ ਪ੍ਰੈਜ਼ੀਡੈਂਟ ਇਹ ਕਦੋਂ ਬਣਦਾ ਹੈ? ਮੰਨ ਲਓ ਜਦੋਂ ਪ੍ਰੈਜ਼ੀਡੈਂਟ ਦਾ ਜਿਹੜਾ ਆਫਿਸ ਹੈ ਉਹ ਵੈਕੈਂਟ ਹੋ ਗਿਆ ਕਿਸੇ ਵੀ ਕਾਰਨ, ਪ੍ਰੈਜ਼ੀਡੈਂਟ ਦੀ ਡੈਥ ਹੋ ਗਈ, ਠੀਕ ਹੈ, ਕਿਸੇ ਵੀ ਕਾਰਨ, ਜਾਂ ਪ੍ਰੈਜ਼ੀਡੈਂਟ ਦਾ ਰਿਮੂਵਲ ਕਰਤਾ, ਮਹਾਦੋਸ਼ ਦਾ ਪ੍ਰਸਤਾਵ ਲੱਗ ਗਿਆ ਉੱਤੇ, ਠੀਕ ਹੈ, ਤਾਂ ਉਹਦੀ ਜਗ੍ਹਾ 'ਤੇ ਜਦੋਂ ਬੰਦਾ ਆਉਂਦਾ ਤਾਂ ਉਹ ਵਾਈਸ ਪ੍ਰੈਜ਼ੀਡੈਂਟ ਆਉਂਦਾ ਹੈ। ਤਾਂ ਉਹ ਕੌਣ ਹੁੰਦਾ? ਐਕਸ ਆਫੀਸ਼ੀਓ ਚੇਅਰਮੈਨ ਆਫ ਰਾਜ ਸਭਾ। ਇਹ ਰਾਜ ਸਭਾ ਦਾ ਇੱਕ ਮੈਂਬਰ ਹੁੰਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ। ਜਿਹੜੀ ਦੀ ਰੀਅਲ ਪੋਸਟ ਹੁੰਦੀ ਹੈ ਉਹ ਐਕਸ ਆਫੀਸ਼ੀਓ ਚੇਅਰਮੈਨ ਦੀ ਪੋਸਟ ਹੁੰਦੀ ਹੈ, ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਤਾਂ ਇਹ ਲਿਖਿਆ ਕਿੱਥੇ ਗਿਆ? ਆਰਟੀਕਲ 64 ਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਐਕਸ ਆਫੀਸ਼ੀਓ ਚੇਅਰਮੈਨ ਹੁੰਦਾ ਰਾਜ ਸਭਾ ਦਾ, ਠੀਕ ਹੈ। ਤਾਂ ਜੇ ਵਾਈਸ ਪ੍ਰੈਜ਼ੀਡੈਂਟ ਬਾਰੇ ਤੁਹਾਨੂੰ ਪੁੱਛ ਲਿਆ ਕਿ ਵਾਈਸ ਪ੍ਰੈਜ਼ੀਡੈਂਟ ਕਿੱਥੇ ਲਿਖਿਆ ਕਿ ਆਪਣੇ ਦੇਸ਼ ਦਾ ਇੱਕ ਵਾਈਸ ਪ੍ਰੈਜ਼ੀਡੈਂਟ ਵੀ ਹੋਣਾ ਚਾਹੀਦਾ, ਤਾਂ ਉਹ ਆਰਟੀਕਲ 63 ਦੇ ਵਿੱਚ ਲਿਖਿਆ ਹੋਇਆ, ਕਿਉਂਕਿ 52 ਤੋਂ ਲੈ ਕੇ 62 ਤੱਕ ਜਿਹੜੇ ਆਰਟੀਕਲ ਨੇ ਉਹ ਪ੍ਰੈਜ਼ੀਡੈਂਟ ਨਾਲ ਨੇ, ਅਤੇ ਉਸ ਤੋਂ ਨਾਲ ਕੰਟੀਨਿਊਟੀ ਦੇ ਵਿੱਚ ਹੀ ਆਰਟੀਕਲ ਲੱਗੇ ਹੋਏ ਨੇ। ਤਾਂ ਨਾਲ ਦੀ ਨਾਲ ਹੀ ਜਿਹੜੇ ਆਰਟੀਕਲ ਸਟਾਰਟ ਹੋ ਜਾਂਦੇ ਨੇ ਉਹ ਵਾਈਸ ਪ੍ਰੈਜ਼ੀਡੈਂਟ ਦੇ, ਯਾਨੀ ਕਿ ਆਰਟੀਕਲ 63 ਤੋਂ ਜਿਹੜਾ ਆਰਟੀਕਲ 63 ਹੈ ਤਾਂ ਉਹ ਵਾਈਸ ਪ੍ਰੈਜ਼ੀਡੈਂਟ ਦੇ ਲਈ ਹੈ। ਉੱਥੇ ਲਿਖਿਆ ਹੋਇਆ ਕਿ ਆਪਣੇ ਦੇਸ਼ ਦਾ ਇੱਕ ਵਾਈਸ ਪ੍ਰੈਜ਼ੀਡੈਂਟ ਵੀ ਹੋਵੇਗਾ, ਠੀਕ ਹੈ ਜੀ। ਤਾਂ ਅਗਲਾ ਜਿਹੜਾ ਆਪਣਾ ਪੁਆਇੰਟ ਆ ਉਹ ਸੈਕਿੰਡ ਹਾਈਐਸਟ ਆਫਿਸ ਆਫ ਦੀ ਕੰਟਰੀ। ਜੇ ਇਹ ਤੁਹਾਨੂੰ ਬਾਈ ਚਾਂਸ ਕੁਐਸਚਨ ਆ ਜਾਏ ਕਿ ਸੈਕਿੰਡ ਹਾਈਐਸਟ ਆਫਿਸ ਕੰਟਰੀ ਦਾ ਕਿਹੜਾ, ਤਾਂ ਉਹ ਵਾਈਸ ਪ੍ਰੈਜ਼ੀਡੈਂਟ ਦਾ ਆਫਿਸ ਹੈ, ਅਤੇ ਲਿਖਿਆ ਕਿੱਥੇ? ਆਰਟੀਕਲ 63 ਦੇ ਵਿੱਚ, ਠੀਕ ਹੈ ਜੀ, ਜਿਹਦੇ ਵਿੱਚ ਇਹ ਲਿਖਿਆ ਕਿ ਆਪਣਾ ਵਾਈਸ ਪ੍ਰੈਜ਼ੀਡੈਂਟ ਹੋਣਾ ਚਾਹੀਦਾ। ਉਸੇ ਵਿੱਚ ਹੀ ਲਿਖਿਆ ਕਿ ਸੈਕਿੰਡ ਹਾਈਐਸਟ ਆਫਿਸ ਹੁੰਦਾ ਹੈਗਾ ਆਪਣੇ ਦੇਸ਼ ਦਾ, ਠੀਕ ਹੈ ਜੀ। ਤਾਂ ਫਸਟ ਕਿਹੜਾ ਹੁੰਦਾ? ਪ੍ਰੈਜ਼ੀਡੈਂਟ ਦਾ। ਤਾਂ ਜਿਹੜੀ ਵਾਈਸ ਪ੍ਰੈਜ਼ੀਡੈਂਟ ਨੂੰ ਰਿਮੂਵਲ ਹੈ, ਮੰਨ ਲਓ ਜੇ ਵਾਈਸ ਪ੍ਰੈਜ਼ੀਡੈਂਟ ਨੂੰ ਹਟਾਉਣਾ ਹੈ ਤਾਂ ਉਹਦੀ ਕੋਈ ਇੰਪੀਚਮੈਂਟ ਦਾ ਨਹੀਂ ਹੈਗਾ, ਉਹਦਾ ਇੱਕ ਰੈਜ਼ੋਲੂਸ਼ਨ ਪਾਸ ਹੁੰਦਾ ਹੈਗਾ, ਠੀਕ ਹੈ। ਰੈਜ਼ੋਲੂਸ਼ਨ ਕਿੱਥੇ ਪਾਸ ਹੁੰਦਾ? ਰਾਜ ਸਭਾ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ। ਜੇ ਤੁਹਾਨੂੰ ਕੁਐਸਚਨ ਆਵੇ ਕਿ ਜੇਕਰ ਵਾਈਸ ਪ੍ਰੈਜ਼ੀਡੈਂਟ ਨੂੰ ਹਟਾਉਣਾ ਹੈ ਅਤੇ ਉਹਦਾ ਜੇ ਰੈਜ਼ੋਲੂਸ਼ਨ ਆਪਾਂ ਸਟਾਰਟ ਕਰਨਾ, ਪਾਸ ਕਰਵਾਉਣਾ, ਤਾਂ ਉਹ ਕਿੱਥੋਂ ਸਟਾਰਟ ਹੋਊਗਾ? ਤਾਂ ਉਹ ਰਾਜ ਸਭਾ 'ਚੋਂ ਸਟਾਰਟ ਹੋਊ। ਕਿਉਂ? ਕਿਉਂਕਿ ਇਹ ਐਕਸ ਆਫੀਸ਼ੀਓ ਚੇਅਰਮੈਨ ਰਾਜ ਸਭਾ ਦਾ ਹੁੰਦਾ, ਨਾ ਕਿ ਲੋਕ ਸਭਾ ਦਾ, ਠੀਕ ਹੈ ਜੀ। ਤਾਂ ਅਗਲਾ ਜਿਹੜਾ ਆਪਣਾ ਕਲਾਜ਼ ਹੈ ਉਹ ਹੈ ਇਲੈਕਸ਼ਨਸ। ਜਿਹੜੀਆਂ ਇਹਦੀਆਂ ਇਲੈਕਸ਼ਨਸ ਹੁੰਦੀਆਂ ਨੇ ਇੱਥੇ ਆਪਾਂ ਨੂੰ ਕਨਫਿਊਜ਼ਿੰਗ ਜਿਹੜਾ ਹੁੰਦਾ ਹੈਗਾ, ਜਿਵੇਂ ਕਿ ਪ੍ਰੈਜ਼ੀਡੈਂਟ ਦਾ ਇਲੈਕਸ਼ਨ, ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨ ਹੁੰਦੀਆਂ ਅਤੇ ਵਾਈਸ ਪ੍ਰੈਜ਼ੀਡੈਂਟ ਦੀਆਂ। ਇੱਥੇ ਆਪਾਂ ਨੂੰ ਥੋੜ੍ਹੀ ਜਿਹੀ ਕਨਫਿਊਜ਼ਨ ਹੁੰਦੀ ਹੈ। ਕਿਵੇਂ? ਜਿਹੜੇ ਪ੍ਰੈਜ਼ੀਡੈਂਟ ਦੇ ਵਿੱਚ ਹੁੰਦੇ ਨੇ ਉਹਦੇ ਵਿੱਚ ਸਿਰਫ ਇਲੈਕਟਡ ਮੈਂਬਰ ਹੀ ਭਾਗ ਲੈਂਦੇ ਨੇ, ਠੀਕ ਹੈ ਜੀ। ਉਹਦੇ ਵਿੱਚ ਕਿਹੜੇ ਮੈਂਬਰ ਭਾਗ ਲੈਂਦੇ ਨੇ? ਲੋਕ ਸਭਾ, ਰਾਜ ਸਭਾ ਦੇ ਇਲੈਕਟਡ ਮੈਂਬਰ, ਓਨਲੀ ਇਲੈਕਟਡ, ਨਾ ਕਿ ਨੋਮੀਨੇਟਡ, ਠੀਕ ਹੈ ਜੀ, ਜਿਹੜਾ ਪ੍ਰੈਜ਼ੀਡੈਂਟ ਦਾ ਹੁੰਦਾ। ਬਟ ਇਹਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਇਲੈਕਟਡ ਪਲੱਸ ਨੋਮੀਨੇਟਡ ਮੈਂਬਰ ਆਫ ਬੋਥ ਹਾਊਸਿਸ ਓਨਲੀ। ਓਨਲੀ ਮੈਂ ਕਿਉਂ ਲਿਖਿਆ? ਕਿਉਂਕਿ ਇੱਥੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਹੀ ਭਾਗ ਲੈਂਦੇ ਨੇ, ਅਤੇ ਇਲੈਕਟਡ ਪਲੱਸ ਨੋਮੀਨੇਟਡ ਦੋਨੋਂ, ਠੀਕ ਹੈ। ਇਹਦੇ ਵਿੱਚ ਸਟੇਟ ਲੈਜਿਸਲੇਟਿਵ ਅਸੈਂਬਲੀ ਜਿਹੜੀਆਂ ਉਹਦਾ ਕੋਈ ਇਹਦੇ ਵਿੱਚ ਰੋਲ ਨਹੀਂ ਹੁੰਦਾ, ਠੀਕ ਹੈ।
ਤੇ ਇੱਕ ਉਹਦਾ ਆਪਾਂ ਪੜ੍ਹਿਆ ਸੀ ਕਿ ਦਿੱਲੀ ਤੇ ਪੌਂਡੀਚੇਰੀ, ਇਹਦੇ ਵਿੱਚ ਉਹਦਾ ਕੋਈ ਰੋਲ ਨਹੀਂ ਹੁੰਦਾ, ਠੀਕ ਹੈ। ਇਹਦੇ ਵਿੱਚ ਸਿਰਫ ਦੋਨੋਂ ਹਾਊਸਿਸ ਦੇ ਇਲੈਕਟਡ ਪਲੱਸ ਨੋਮੀਨੇਟਡ ਮੈਂਬਰ ਹੀ ਭਾਗ ਲੈਂਦੇ ਨੇ, ਇਹ ਤੁਸੀਂ ਯਾਦ ਰੱਖਣਾ, ਸਭ ਤੋਂ ਮੋਸਟ ਇੰਪੋਰਟੈਂਟ ਇਹ ਪੁਆਇੰਟ ਹੈ। ਅਗਲਾ ਮੈਂ ਇਹ ਪੁਆਇੰਟ ਰੱਖਿਆ ਕਿ ਵੈਨ ਦੀ ਸੀਟ ਆਫ ਪ੍ਰੈਜ਼ੀਡੈਂਟ ਇਜ਼ ਵੈਕੈਂਟ ਹੀ ਐਕਟ ਐਜ਼ ਅ ਪ੍ਰੈਜ਼ੀਡੈਂਟ। ਅੱਛਾ, ਜਦੋਂ ਪ੍ਰੈਜ਼ੀਡੈਂਟ ਦੀ ਜਿਹੜੀ ਪੋਸਟ ਹੈ ਉਹ ਬਾਏ ਚਾਂਸ ਕਿਸੇ ਵੀ ਕਾਰਨ ਕਰਕੇ ਖਾਲੀ ਹੁੰਦੀ ਹੈ, ਮੰਨ ਲਓ ਉਹਦੀ ਡੈਥ ਹੁੰਦੀ ਹੈ ਜਾਂ ਉਹਨੂੰ ਆਪਾਂ ਰਿਮੂਵ ਕਰ ਦਿੰਦੇ ਹਾਂ ਪ੍ਰੈਜ਼ੀਡੈਂਟ ਨੂੰ, ਤਾਂ ਉਹਦੀ ਜਗ੍ਹਾ 'ਤੇ ਜਿੰਨਾ ਟਾਈਮ ਆਪਣਾ ਨਵਾਂ ਪ੍ਰੈਜ਼ੀਡੈਂਟ ਨਹੀਂ ਬਣਦਾ ਉਹ ਓਨਾ ਟਾਈਮ ਜਿਹੜਾ ਉਹਦੀ ਜਗ੍ਹਾ 'ਤੇ ਬੰਦਾ ਆਉਂਦਾ ਉਹ ਵਾਈਸ ਪ੍ਰੈਜ਼ੀਡੈਂਟ ਹੁੰਦਾ, ਜਿਹੜਾ ਕਿ ਰਾਜ ਸਭਾ ਦਾ ਐਕਸ ਆਫੀਸ਼ੀਓ ਚੇਅਰਮੈਨ ਹੁੰਦਾ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਸ਼ੁੱਡ ਬੀ ਅ ਕੁਆਲੀਫਾਈਡ ਐਜ਼ ਅ ਮੈਂਬਰ ਆਫ ਰਾਜ ਸਭਾ। ਜਿਵੇਂ ਆਪਾਂ ਪ੍ਰੈਜ਼ੀਡੈਂਟ ਦੇ ਲਈ ਪੜ੍ਹਿਆ ਸੀ, ਜਿਹੜਾ ਪ੍ਰੈਜ਼ੀਡੈਂਟ ਹੈ, ਜੇ ਤੁਹਾਨੂੰ ਆਵੇ ਕਿ ਪ੍ਰੈਜ਼ੀਡੈਂਟ ਦੇ ਲਈ ਕਿਹੜੀ ਕੁਆਲੀਫਿਕੇਸ਼ਨ ਜ਼ਰੂਰੀ ਹੈ, ਤਾਂ ਉਹ ਕੁਆਲੀਫਾਈਡ ਕਿੱਥੋਂ ਹੋਣਾ ਚਾਹੀਦਾ, ਲੋਕ ਸਭਾ ਤੋਂ। ਬਟ ਜੇ ਅਜੇ ਵਾਈਸ ਪ੍ਰੈਜ਼ੀਡੈਂਟ ਤਾਂ ਉਹ ਲੋਕ ਸਭਾ ਨਾਲ ਉਹਦਾ ਕੋਈ ਲਿੰਕ ਨਹੀਂ, ਉਹਦਾ ਰਾਜ ਸਭਾ ਨਾਲ ਲਿੰਕ ਹੈ, ਤਾਂ ਉਹ ਰਾਜ ਸਭਾ 'ਚ ਕੁਆਲੀਫਾਈਡ ਹੋਣਾ ਚਾਹੀਦਾ। ਤਾਂ ਜਿਹੜਾ ਇਹਨੂੰ ਓਥ ਦਿਵਾਉਂਦਾ, ਮਤਲਬ ਜਿਹੜੀ ਸਹੁੰ ਚੁਕਾਉਂਦਾ, ਉਹ ਕੌਣ ਚੁਕਾਉਂਦਾ, ਪ੍ਰੈਜ਼ੀਡੈਂਟ। ਅਤੇ ਪ੍ਰੈਜ਼ੀਡੈਂਟ ਨੂੰ ਕੌਣ ਚੁਕਾਉਂਦਾ ਸੀ, CJI, ਚੀਫ ਜਸਟਿਸ ਆਫ ਇੰਡੀਆ। ਤਾਂ ਇਹਨੂੰ ਕੌਣ ਚੁਕਾਉਂਦਾ, ਪ੍ਰੈਜ਼ੀਡੈਂਟ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਟੌਪਿਕ ਹੈ ਇਹ, ਵੀਡੀਓ ਨੂੰ ਐਂਡ ਤੱਕ ਦੇਖਿਓ, ਠੀਕ ਹੈ। ਇੱਕ ਵੀ ਮਤਲਬ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈਗਾ। ਇਹਦਾ ਜਿਹੜਾ ਪਹਿਲਾ ਕੁਐਸਚਨ ਆ, ਉਪ ਰਾਸ਼ਟਰਪਤੀ ਨੂੰ ਹਟਾਉਣ ਲਈ ਸਭ ਤੋਂ ਪਹਿਲਾਂ ਜਿਹੜਾ ਮਤਾ ਕਿਹੜੇ ਸਦਨ ਵਿੱਚੋਂ ਪਾਸ ਹੁੰਦਾ, ਵਿਚ ਹਾਊਸ ਫਸਟ ਪਾਸਿਸ ਦੀ ਰੈਜ਼ੋਲੂਸ਼ਨ ਫॉर ਦੀ ਰਿਮੂਵਲ ਆਫ ਵਾਈਸ ਪ੍ਰੈਜ਼ੀਡੈਂਟ। ਅੱਛਾ ਜੀ, ਜੇਕਰ ਇਹਨੂੰ ਹਟਾਉਣਾ ਹੈ ਤਾਂ ਜਿਹੜਾ ਸਭ ਤੋਂ ਪਹਿਲਾਂ ਰੈਜ਼ੋਲੂਸ਼ਨ ਸਟਾਰਟ ਕਿੱਥੋਂ ਹੋਊਗਾ, ਮਤਲਬ ਲੋਕ ਸਭਾ 'ਚੋਂ, ਰਾਜ ਸਭਾ 'ਚੋਂ, ਪਾਰਲੀਮੈਂਟ 'ਚੋਂ ਜਾਂ ਵਿਧਾਨ ਸਭਾ 'ਚੋਂ। ਅਤੇ ਮੈਂ ਪਿੱਛੇ ਸਲਾਈਡ ਦੇ ਵਿੱਚ ਪੜ੍ਹ ਕੇ ਗਏ ਹਾਂ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਰਾਜ ਸਭਾ 'ਚੋਂ। ਕਿਉਂਕਿ ਜਿਹੜਾ ਇਹ ਉਪ ਰਾਸ਼ਟਰਪਤੀ ਹੁੰਦਾ, ਇਹ ਰਾਜ ਸਭਾ ਦਾ ਐਕਸ ਆਫੀਸ਼ੀਓ ਚੇਅਰਮੈਨ ਹੁੰਦਾ, ਇਹ ਰਾਜ ਸਭਾ ਦਾ ਹੀ ਮੈਂਬਰ ਹੁੰਦਾ, ਤਾਂ ਕਰਕੇ ਜਿਹੜਾ ਇਹਦਾ ਮਤਾ ਸਟਾਰਟ ਹੁੰਦਾ ਉਹ ਹੁੰਦਾ ਰਾਜ ਸਭਾ 'ਚੋਂ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਆ, ਉਪ ਰਾਸ਼ਟਰਪਤੀ ਕਿਹੜੇ ਸਦਨ ਦਾ ਐਕਸ ਆਫੀਸ਼ੀਓ ਚੇਅਰਮੈਨ ਹੁੰਦਾ ਹੈ, ਆਪਾਂ ਪੜ੍ਹ ਕੇ ਗਏ ਹਾਂ। ਵਾਈਸ ਪ੍ਰੈਜ਼ੀਡੈਂਟ ਇਜ਼ ਦੀ ਐਕਸ ਆਫੀਸ਼ੀਓ ਚੇਅਰਮੈਨ ਆਫ ਵਿਚ ਹਾਊਸ। ਜਿਹੜੀ ਇਹਦੀ ਰੀਅਲ ਪੋਸਟ ਹੈ ਉਹ ਇਹੀ ਹੁੰਦੀ ਹੈ, ਐਕਸ ਆਫੀਸ਼ੀਓ ਚੇਅਰਮੈਨ ਦੀ, ਠੀਕ ਹੈ ਜੀ। ਤਾਂ ਕਿਹੜੇ ਹਾਊਸ ਦਾ ਹੁੰਦਾ, ਤਾਂ ਰਾਜ ਸਭਾ ਦਾ, ਇਹ ਆਪਾਂ ਪੜ੍ਹ ਕੇ ਗਏ ਹਾਂ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਜੇਕਰ ਉਪ ਰਾਸ਼ਟਰਪਤੀ ਦੀਆਂ ਵੋਟਾਂ ਵੇਲੇ ਕੋਈ ਸਮੱਸਿਆ ਆ ਜਾਵੇ ਤਾਂ ਆਖਰੀ ਫੈਸਲਾ ਕਿਸ ਦਾ ਹੋਵੇਗਾ। ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। PPSC ਦੇ ਪੇਪਰਾਂ ਦੇ ਵਿੱਚ ਨਾਇਬ ਤਹਿਸੀਲਦਾਰ, ਠੀਕ ਹੈ, ਜਿੰਨੇ ਵੀ ਹਾਈਐਸਟ ਪੇਪਰ ਹੁੰਦੇ ਨੇ ਉਹਨਾਂ ਵਿੱਚ ਵੀ ਇਹ ਕੁਐਸਚਨ ਪੁੱਛਿਆ ਜਾਂਦਾ ਹੈ, ਠੀਕ ਹੈ ਜੀ। ਇੰਨਾ ਕੁ ਇੰਪੋਰਟੈਂਟ ਕੁਐਸਚਨ ਹੈ ਇਹ। ਇਫ ਇਲੈਕਸ਼ਨ ਡਿਸਪਿਊਟ ਓਕਰਡ ਇਨ ਦੀ ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ ਦੀ ਫਾਈਨਲ ਡਿਸੀਜਨ ਵਿਲ ਬੀ ਲੋਕ ਸਭਾ, ਰਾਜ ਸਭਾ, ਪਾਰਲੀਮੈਂਟ ਜਾਂ ਸੁਪਰੀਮ ਕੋਰਟ। ਦੇਖੋ ਹੁਣ ਇੰਨੇ ਮਤਲਬ ਇਹ 4 ਆਪਸ਼ਨ ਦੇ ਵਿੱਚੋਂ ਤੁਸੀਂ ਇੰਨੇ ਕਨਫਿਊਜ਼ ਹੋ ਜਾਓਗੇ ਕਿ ਕਿਹੜਾ ਆਪਸ਼ਨ ਆਊਗਾ, ਠੀਕ ਹੈ ਜੀ। ਤਾਂ ਕਿਹੜਾ ਉਹ ਮਤਲਬ ਅਦਾਰਾ ਹੈ ਜਿਹੜਾ ਇਹਨਾਂ ਦਾ ਜਿਹੜਾ ਇਲੈਕਸ਼ਨ ਡਿਸਪਿਊਟ ਹੈ ਉਹ ਕਲੀਅਰ ਕਰਦਾ, ਠੀਕ ਹੈ। PPSC ਦੇ ਤੁਸੀਂ ਦੇਖ ਲਿਓ ਜਿੰਨੇ ਵੀ ਪੇਪਰ ਹੋਏ ਨੇ ਪਿੱਛੇ, ਤਾਂ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ, ਹਾਈਐਸਟ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ, ਇਹ ਹਾਈ ਲੈਵਲ ਦੇ ਪੇਪਰਾਂ ਦੇ ਵਿੱਚ, A ਗ੍ਰੇਡ ਦੇ ਪੇਪਰਾਂ ਦੇ ਵਿੱਚ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4। ਤਾਂ ਇਹ ਤੁਸੀਂ ਯਾਦ ਰੱਖਣਾ ਕਿ ਲੋਕ ਸਭਾ, ਰਾਜ ਸਭਾ ਜਾਂ ਪਾਰਲੀਮੈਂਟ 'ਚੋਂ ਕੋਈ ਇਹਨਾਂ ਦਾ ਡਿਸਪਿਊਟ ਨਹੀਂ ਸੁਲਝਾਉਂਦਾ, ਓਨਲੀ ਔਨ ਸੁਪਰੀਮ ਕੋਰਟ ਆ ਜਿਹੜਾ ਉਹ ਇਹਨਾਂ ਦਾ ਡਿਸਪਿਊਟ ਹੈ, ਉਹ ਇਹ 'ਤੇ ਫਾਈਨਲ ਡਿਸੀਜਨ ਦਿੰਦਾ, ਸੁਪਰੀਮ ਕੋਰਟ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ, ਕਿਹੜਾ ਸਦਨ ਉਪ ਰਾਸ਼ਟਰਪਤੀ ਨਾਲ ਸੰਬੰਧਿਤ ਹੈ, ਵਿਚ ਹਾਊਸ ਇਜ਼ ਰਿਲੇਟਡ ਟੂ ਵਾਈਸ ਪ੍ਰੈਜ਼ੀਡੈਂਟ। ਮਤਲਬ ਕੁਐਸਚਨ ਉਹੀ ਹੁੰਦੇ ਨੇ, ਇਹ ਦੇਖੋ ਇਹਨਾਂ ਨੇ ਕੁਐਸਚਨ ਪੁੱਛਣ ਦਾ ਇੱਕ ਢੰਗ ਹੈ ਇਹਨਾਂ ਦਾ, ਠੀਕ ਹੈ। ਤਾਂ ਇਹਨਾਂ ਨੇ ਘੁਮਾ ਕੇ ਕੁਐਸਚਨ ਪੁੱਛਦੇ ਨੇ, ਲੋਕ ਸਭਾ, ਰਾਜ ਸਭਾ, ਪਾਰਲੀਮੈਂਟ ਜਾਂ ਵਿਧਾਨ ਸਭਾ, ਠੀਕ ਹੈ। ਤਾਂ ਕਿਹੜਾ ਸਦਨ ਹੈ ਉਹ ਜਿਹੜਾ ਆਪਣੇ ਵਾਈਸ ਪ੍ਰੈਜ਼ੀਡੈਂਟ ਨਾਲ ਸੰਬੰਧਿਤ ਹੈਗਾ, ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਉਪ ਰਾਸ਼ਟਰਪਤੀ ਹੈ ਇਹ ਐਕਸ ਆਫੀਸ਼ੀਓ ਚੇਅਰਮੈਨ ਕਿਹਦਾ ਹੁੰਦਾ ਹੈਗਾ, ਰਾਜ ਸਭਾ ਦਾ। ਤਾਂ ਕਿਹੜੇ ਸਦਨ ਨਾਲ ਸੰਬੰਧਿਤ ਹੈ, ਰਾਜ ਸਭਾ ਨਾਲ। ਤਾਂ ਆਨਸਰ ਇਹਦਾ 2 ਆਊਗਾ, ਠੀਕ ਹੈ ਜੀ। ਨਾਲ ਆਪਣੇ ਕਾਪੀ ਪੈਨ ਚੱਕ ਲਓ, ਨੋਟਸ ਬਣਾ ਲਓ, ਠੀਕ ਹੈ ਜੀ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈਗਾ, ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਪੇਪਰ ਦੇ ਵਿੱਚ, ਠੀਕ ਹੈ। ਇਹ ਚੀਜ਼ ਦੀ ਗਰੰਟੀ ਹੈ। ਸਾਡੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਅਦਾਰਾ ਕਿਹੜਾ, ਵਿਚ ਇਜ਼ ਦੀ ਸੈਕੰਡ ਹਾਈਐਸਟ ਆਫਿਸ ਇਨ ਆਵਰ ਕੰਟਰੀ। ਉਪ ਰਾਸ਼ਟਰਪਤੀ, ਰਾਜ ਸਭਾ, ਪਾਰਲੀਮੈਂਟ ਜਾਂ ਵਿਧਾਨ ਸਭਾ। ਇਹੋ ਜਿਹੇ ਕੁਐਸਚਨ ਤੁਹਾਨੂੰ ਆਉਣਗੇ, ਐਵੇਂ ਦੇ ਤੁਹਾਨੂੰ ਆਪਸ਼ਨ ਮਿਲਣਗੇ ਪੇਪਰ ਦੇ ਵਿੱਚ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਉਪ ਰਾਸ਼ਟਰਪਤੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੇ ਮੈਂਬਰ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਭਾਗ ਲੈਂਦੇ ਹਨ। ਹਾਂ, ਇਹ ਕੁਐਸਚਨ ਆਉਂਦਾ ਹੁੰਦਾ ਹੈਗਾ, ਇੱਥੇ ਆਪਾਂ ਕਨਫਿਊਜ਼ ਹੁੰਦੇ ਹਾਂ। ਵਿਚ ਆਫ ਦੀ ਫੋਲੋਇੰਗ ਮੈਂਬਰ ਟੇਕ ਪਾਰਟ ਇਨ ਦੀ ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ, ਆਲ ਇਲੈਕਟਡ ਮੈਂਬਰ, ਇਲੈਕਟਡ ਪਲੱਸ ਨੋਮੀਨੇਟਡ ਆਫ 2 ਹਾਊਸਿਸ, ਇਲੈਕਟਡ ਪਲੱਸ SLA ਮਤਲਬ ਸਟੇਟ ਲੈਜਿਸਲੇਟਿਵ ਅਸੈਂਬਲੀ ਮੈਂਬਰ, ਜਾਂ ਆਲ ਆਫ ਦੀ ਅਬਵ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਇਲੈਕਟਡ ਪਲੱਸ ਨੋਮੀਨੇਟਡ ਆਫ 2 ਹਾਊਸਿਸ, ਲੋਕ ਸਭਾ ਐਂਡ ਰਾਜ ਸਭਾ ਓਨਲੀ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ।
ਅਗਲਾ ਜਿਹੜਾ ਆਪਣਾ ਕੁਐਸਚਨ ਆ, ਇਹਨਾਂ ਵਿੱਚੋਂ ਕਿਹੜਾ ਅਨੁਛੇਦ ਕਹਿੰਦਾ ਹੈ ਕਿ ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੁੰਦਾ ਹੈ? ਵਿਚ ਆਰਟੀਕਲ ਸੇਜ਼ ਦੇਅਰ ਸ਼ੈਲ ਬੀ ਅ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਇਹੋ ਜਿਹੇ ਕੁਐਸਚਨ ਤੁਹਾਨੂੰ ਆਉਣਗੇ, ਠੀਕ ਹੈ। ਇਹ ਸਿੰਪਲ ਕੁਐਸਚਨ ਨਹੀਂ ਹੈਗੇ, ਇਹ ਮਤਲਬ ਮੋਡਰੇਟ ਕੁਐਸਚਨ ਨੇ ਜਿਹੜੇ ਤੁਹਾਨੂੰ ਆਉਣ ਦੀ ਪੂਰੀ ਸੰਭਾਵਨਾ ਹੈਗੀ ਹੈ, ਠੀਕ ਹੈ। ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਕੁਐਸਚਨ ਪੱਕਾ। ਆਰਟੀਕਲ 64, ਆਰਟੀਕਲ 63, ਆਰਟੀਕਲ 65 ਜਾਂ ਆਰਟੀਕਲ 66। ਆਰਟੀਕਲ ਵੀ ਤੁਹਾਨੂੰ ਇਸ ਹਿਸਾਬ ਨਾਲ ਰੱਖਣਗੇ ਉਹ ਕਿ ਤੁਸੀਂ ਬਿਲਕੁਲ ਕਨਫਿਊਜ਼ ਹੋ ਜਾਓ। ਇੱਕ ਸੀਰੀਜ਼ ਦੇ ਵਿੱਚ ਰੱਖ ਦਿੰਦੇ ਨੇ ਉਹ ਆਰਟੀਕਲ ਵੀ, ਠੀਕ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 2 ਆਰਟੀਕਲ 63। ਅਤੇ ਇਸੇ ਆਰਟੀਕਲ ਵਿੱਚ ਹੀ ਲਿਖਿਆ ਕਿ ਇਹਦਾ ਸੈਕੰਡ ਹਾਈਐਸਟ ਆਫਿਸ ਹੁੰਦਾ ਆਪਣੇ ਦੇਸ਼ ਦਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਆ ਉਹ ਜਦੋਂ ਡਾਕਟਰ ਜ਼ਾਕਿਰ ਹੁਸੈਨ ਦੀ ਮੌਤ ਹੋ ਗਈ ਸੀ ਤਾਂ ਕਿਸਨੇ ਰਾਸ਼ਟਰਪਤੀ ਦੀ ਭੂਮਿਕਾ ਨਿਭਾਈ ਸੀ? ਇਹ ਕੁਐਸਚਨ ਪਿੱਛੇ ਆਇਆ ਹੋਇਆ ਪੇਪਰਾਂ ਦੇ ਵਿੱਚ ਬਹੁਤ ਵਾਰ। ਵੈਨ ਦੀ ਪ੍ਰੈਜ਼ੀਡੈਂਟ ਡਾਕਟਰ ਜ਼ਾਕਿਰ ਹੁਸੈਨ ਡਾਈਡ ਹੂ ਪਰਫੋਰਮਡ ਦੀ ਰੋਲ ਆਫ ਪ੍ਰੈਜ਼ੀਡੈਂਟ। ਮਤਲਬ ਉਹੀ ਆ ਗਿਆ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਇਹਦੀ ਆਪਾਂ ਹਿਸਟਰੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਪ੍ਰੈਜ਼ੀਡੈਂਟ ਦੀ ਭੂਮਿਕਾ ਨਿਭਾਉਂਦਾ, ਨਿਭਾਈ ਵੀ ਹੋਈ ਹੈ ਮਤਲਬ, ਠੀਕ ਹੈ। ਤਾਂ ਜਦੋਂ ਡਾਕਟਰ ਜ਼ਾਕਿਰ ਹੁਸੈਨ ਦੀ ਅਚਾਨਕ ਮੌਤ ਹੋ ਗਈ ਸੀ ਤਾਂ ਕਿਹਨਾਂ ਨੇ ਉਹਨਾਂ ਦਾ ਮਤਲਬ ਜਿਹੜਾ ਪ੍ਰੈਜ਼ੀਡੈਂਟ ਦਾ ਰੋਲ ਨਿਭਾਇਆ ਸੀ? ਡਾਕਟਰ ਮਨਮੋਹਨ ਸਿੰਘ, ਵੀ ਗਿਰੀ, ਫਖਰੂਦੀਨ ਅਲੀ ਅਹਿਮਦ ਜਾਂ ਨਨ ਆਫ ਦੀ ਅਬਵ। ਇਹੋ ਜਿਹੇ ਕੁਐਸਚਨ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਵੀ ਗਿਰੀ ਨੇ ਮਤਲਬ ਪ੍ਰੈਜ਼ੀਡੈਂਟ ਦਾ ਰੋਲ ਨਿਭਾਇਆ ਸੀ ਜਦੋਂ ਡਾਕਟਰ ਜ਼ਾਕਿਰ ਹੁਸੈਨ ਦੀ ਮੌਤ ਹੋ ਗਈ ਸੀ। ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਉਹ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ? ਹੂ ਇਜ਼ ਦੀ ਚੇਅਰਮੈਨ ਆਫ ਰਾਜ ਸਭਾ। ਚੇਅਰਮੈਨ ਦਾ ਕੀ ਮਤਲਬ ਹੁੰਦਾ? ਜਿਹੜਾ ਚੇਅਰ ਕਰਦਾ, ਮਤਲਬ ਜਿਹੜਾ ਪ੍ਰੀਜ਼ਾਈਡ ਕਰਦਾ, ਠੀਕ ਹੈ, ਸਾਰਿਆਂ ਨੂੰ ਲੀਡ ਕਰਦਾ। ਉਹ ਕੌਣ ਹੁੰਦਾ? ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਸਪੀਕਰ। ਇਹ ਦੇਖੋ ਸਪੀਕਰ, ਜਦੋਂ ਆਪਾਂ ਸਪੀਕਰ ਦੇਖ ਲਿਆ ਤਾਂ ਆਪਾਂ ਬਹੁਤ ਬੱਚੇ ਸਪੀਕਰ 'ਤੇ ਟਿਕ ਲਾਉਣਗੇ ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿਹੜਾ ਸਪੀਕਰ ਹੁੰਦਾ ਉਹ ਲੋਕ ਸਭਾ ਨੂੰ ਲੀਡ ਕਰਦਾ, ਠੀਕ ਹੈ। ਲੋਕ ਸਭਾ ਦੇ ਵਿੱਚ ਉਹ ਲੀਡ ਕਰਦਾ। ਤਾਂ ਆਪਾਂ ਨੂੰ ਇਹ ਹੁੰਦਾ ਕਿ ਜਿਹੜਾ ਚੇਅਰਮੈਨ ਹੁੰਦਾ ਮਤਲਬ ਜਿਹੜਾ ਮੇਨ ਕੁਰਸੀ ਦੇ ਉੱਤੇ ਬੈਠਦਾ ਤਾਂ ਉਹ ਸਪੀਕਰ ਹੀ ਹੁੰਦਾ ਦੋਨੇ ਸਦਨਾਂ ਦਾ, ਠੀਕ ਹੈ। ਕਈ ਬੱਚਿਆਂ ਦੇ ਮਾਈਂਡ ਦੇ ਵਿੱਚ ਇਹ ਕਨਫਿਊਜ਼ਨ ਹੁੰਦੀ ਹੈ, ਪੇਪਰ ਵੇਲੇ ਇਹ ਕਨਫਿਊਜ਼ਨ ਆ ਜਾਂਦੀ ਹੈ। ਤਾਂ ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ ਉਹ ਆਪਾਂ ਨੂੰ ਪਤਾ ਹੈ ਕਿ ਉਪ ਰਾਸ਼ਟਰਪਤੀ ਹੁੰਦਾ, ਵਾਈਸ ਪ੍ਰੈਜ਼ੀਡੈਂਟ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਉਪ ਰਾਸ਼ਟਰਪਤੀ ਨੂੰ ਹਟਾਉਣ ਲਈ ਕਿਹੜੀ ਮੈਜੋਰਟੀ ਦੁਆਰਾ ਰਾਜ ਸਭਾ ਵਿੱਚ ਮਤਾ ਪਾਸ ਕੀਤਾ ਜਾਂਦਾ? ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। PPSC ਦੇ ਪੇਪਰਾਂ ਦੇ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਹੈ। ਵਿਚ ਮੈਜੋਰਟੀ ਪਾਸਡ ਦੀ ਰੈਜ਼ੋਲੂਸ਼ਨ ਆਫ ਰਾਜ ਸਭਾ ਫॉर ਦੀ ਰਿਮੂਵਲ ਆਫ ਵਾਈਸ ਪ੍ਰੈਜ਼ੀਡੈਂਟ। ਸਿੰਪਲ ਮੈਜੋਰਟੀ ਹੁੰਦੀ ਹੈ, ਸਪੈਸ਼ਲ ਹੁੰਦੀ ਹੈ, ਇਫੈਕਟਿਵ ਹੁੰਦੀ ਹੈ ਜਾਂ ਆਲ ਆਫ ਦੀ ਅਬਵ। ਇਹ ਜਿੰਨੀਆਂ ਵੀ ਮੈਜੋਰਟੀਜ਼ ਨੇ ਇਹਨਾਂ ਬਾਰੇ ਵੀ ਆਪਾਂ ਇੱਕ ਸਪੈਸ਼ਲ ਕਲਾਸ ਲੈ ਕੇ ਆਵਾਂਗੇ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਮਤਲਬ ਜਿਹੜੇ ਮਤੇ ਪਾਸ ਕੀਤੇ ਜਾਂਦੇ ਨੇ, ਜਿਹੜੇ ਬਿੱਲ ਪਾਸ ਕੀਤੇ ਜਾਂਦੇ ਨੇ ਉਹ ਇਹ ਮੈਜੋਰਟੀ ਦੁਆਰਾ ਹੀ ਕੀਤੇ ਜਾਂਦੇ ਨੇ। ਤਾਂ ਇਹਨਾਂ 'ਤੇ ਵੀ ਆਪਾਂ ਇੱਕ ਕਲਾਸ ਸਪੈਸ਼ਲ ਲੈ ਕੇ ਆਵਾਂਗੇ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਇਫੈਕਟਿਵ ਮੈਜੋਰਟੀ ਨਾਲ ਓਨਲੀ ਰਾਜ ਸਭਾ ਦੇ ਵਿੱਚੋਂ। ਇਹ ਤੁਸੀਂ ਯਾਦ ਰੱਖਣਾ ਕਿ ਇਕੱਲੀ ਰਾਜ ਸਭਾ ਦੇ ਵਿੱਚੋਂ ਜਿਹੜਾ ਮਤਾ ਪਾਸ ਕੀਤਾ ਜਾਂਦਾ ਉਹ ਇਫੈਕਟਿਵ ਮੈਜੋਰਟੀ ਦੇ ਨਾਲ ਕੀਤਾ ਜਾਂਦਾ, ਠੀਕ ਹੈ, ਜਿਹੜਾ ਰਾਜ ਸਭਾ ਦੇ ਵਿੱਚੋਂ ਕੀਤਾ ਜਾਂਦਾ। ਬਟ ਇਹੀ ਮਤਾ ਜਦੋਂ ਰਾਜ ਸਭਾ ਦੇ ਵਿੱਚੋਂ ਪਾਸ ਹੋ ਜਾਂਦਾ ਇਫੈਕਟਿਵ ਮੈਜੋਰਟੀ ਦੁਆਰਾ ਕਿ ਵਾਈਸ ਪ੍ਰੈਜ਼ੀਡੈਂਟ ਨੂੰ ਹਟਾਉਣਾ ਹੈ, ਤਾਂ ਜਦੋਂ ਇਹ ਲੋਕ ਸਭਾ ਦੇ ਵਿੱਚ ਆਉਂਦਾ ਤਾਂ ਲੋਕ ਸਭਾ ਦੇ ਵਿੱਚ ਇਹ ਸਿੰਪਲ ਮੈਜੋਰਟੀ ਨਾਲ ਪਾਸ ਕੀਤਾ ਜਾਂਦਾ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਸੈਸ਼ਨ ਆ ਆਪਣਾ ਕੰਪਲੀਟ ਹੋ ਗਿਆ। 10 ਕੁਐਸਚਨ ਆਪਣੇ ਪੂਰੇ ਹੋ ਗਏ। ਵੀਡੀਓ ਨੂੰ 2-3 ਵਾਰ ਦੇਖ ਲਿਓ ਤਾਂ ਕਿ ਇਹ ਤੁਹਾਡੇ ਸਾਰੇ ਕੁਐਸਚਨ ਉਹ ਰਿਵਾਈਜ਼ ਹੋ ਜਾਣ, ਚੰਗੀ ਤਰ੍ਹਾਂ ਯਾਦ ਹੋ ਜਾਣ। ਇਹਨਾਂ ਦੇ ਵਿੱਚੋਂ ਤੁਹਾਨੂੰ ਬਹੁਤ ਕੁਐਸਚਨ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਨਾਲ ਆਪਣਾ ਕਾਪੀ ਪੈਨ ਚੱਕ ਕੇ ਬੈਠਾ ਕਰੋ ਅਤੇ ਕੱਲਾ ਕੁਐਸਚਨ ਤੁਸੀਂ ਨੋਟ ਕਰਿਆ ਕਰੋ, ਆਪਣੇ ਨੋਟਸ ਖੁਦ ਬਣਾਓ, ਠੀਕ ਹੈ ਜੀ। ਤਾਂ ਜੇਕਰ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ ਜੀ। ਤਾਂ ਅੱਗੇ ਵੀ ਆਪਣਾ ਜਿਹੜਾ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਪਿਆ ਔਨ ਦੀ ਵੇ ਹੈ, ਅਤੇ ਚੈਨਲ ਨਾਲ ਆਪਣੇ ਨਾਲ ਜੁੜੇ ਰਹੋ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।